फर्स्ट इन टैक्सट क्वेश्चन है थोड़ा पेज नंबर 18 पे। क्वेश्चन की है यू हैव बीन प्रोवाइडेड विद 3 टेस्ट ट्यूब्स, वन ऑफ दैम कंटेन्स डिस्टिल्ड वाटर एंड द अदर 2 contain an acid solution and a basic solution respectively. If you are given only red litmus paper, how will you identify the contents of each test tube? ਇਹ ਕਹਿੰਦੇ ਆਪਣੇ ਕੋਲ 3 ਟੈਸਟ ਟਿਊਬਸ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵਿੱਚ ਤਾਂ ਪਾਣੀ ਹੈ ਵਾਟਰ, ਇੱਕ ਦੇ ਵਿੱਚ ਐਸਿਡ ਔਰ ਇੱਕ ਦੇ ਵਿੱਚ ਬੇਸ ਹੈ, ਔਰ ਆਪਾਂ ਨੂੰ ਕੀ ਦਿੱਤਾ ਹੈ ਰੈਡ ਲਿਟਮਸ ਪੇਪਰ। ਆਪਾਂ ਨੂੰ ਪਤਾ ਹੈ ਕਿ ਜਿਹੜਾ ਰੈਡ ਲਿਟਮਸ ਪੇਪਰ ਹੈ, ਰੈਡ ਲਿਟਮਸ ਟਰਨਸ ਬਲੂ ਇਨ ਬੇਸਿਕ ਸੋਲਿਊਸ਼ਨਸ। ठीक है, ਹੁਣ ਜੇ ਆਪਾਂ ਰੈਡ ਲਿਟਮਸ ਨੂੰ ਤਿੰਨਾਂ ਦੇ ਵਿੱਚੋਂ ਵਾਰੀ ਡਿਪ ਕਰਕੇ ਦੇਖੀਏ ਤਾਂ ਜਿਹੜੇ ਸੋਲਿਊਸ਼ਨ 'ਚ ਉਹ ਰੈੱਡ ਤੋਂ ਬਲੂ ਬਣ ਜੂਗਾ ਉਹ ਕਿਹੜਾ ਸੋਲਿਊਸ਼ਨ ਹੋਊਗਾ? ਬੇਸ। ਹੁਣ ਆਪਣੇ ਕੋਲ 2 ਰਹਿ ਗਏ। ਜੇ ਆਪਾਂ ਪਾਣੀ ਦੇ ਵਿੱਚ ਦੇਖੀਏ, ਪਾਣੀ 'ਚ ਤਾਂ ਲਿਟਮਸ ਪੇਪਰ ਕਲਰ ਚੇਂਜ ਹੀ ਨਹੀਂ ਕਰੂਗਾ। ਹੁਣ ਜਿਹੜਾ ਆਪਣੇ ਕੋਲ ਰੈੱਡ ਤੋਂ ਬਲੂ ਬਣਿਆ ਹੋਇਆ ਪੇਪਰ ਹੈ, ਜਦੋਂ ਆਪਾਂ ਉਹਨੂੰ ਐਸਿਡਿਕ ਵਾਲੇ ਟੈਸਟ ਟਿਊਬ 'ਚ ਪਾਵਾਂਗੇ ਦੁਬਾਰਾ ਰੈੱਡ ਕਲਰ ਦਊਗਾ। ਹੁਣ ਜਿਹੜੀਆਂ ਬਚੀਆਂ ਹੋਈਆਂ 2 ਟੈਸਟ ਟਿਊਬ ਨੇ ਆਪਾਂ ਦੋਨਾਂ 'ਚ ਵਾਰੀ ਉਸ 'ਚ ਪਾਵਾਂਗੇ, ਜਿਸ 'ਚੋਂ ਕਲਰ ਚੇਂਜ ਨਹੀਂ ਕਰੂਗਾ ਉਹ ਕਿਹੜਾ ਸੋਲਿਊਸ਼ਨ ਹੋਊਗਾ? ਵਾਟਰ। ਔਰ ਜਿਸ ਦੇ ਵਿੱਚ ਬਲੂ ਲਿਟਮਸ ਪੇਪਰ ਦੁਬਾਰਾ ਰੈੱਡ ਬਣ ਜੂਗਾ ਉਹ ਕਿਹੜਾ ਹੋਊਗਾ? ਐਸਿਡ। ਨੈਕਸਟ ਇਨ ਟੈਕਸਟ ਕੁਐਸਚਨਸ ਹੈ ਤੁਹਾਡੇ पेज नंबर 22 ਤੇ। ਫਸਟ ਇਨ ਟੈਕਸਟ ਕੁਐਸਚਨ ਹੈ ਵਾਈ ਸ਼ੁੱਡ कर्ड एंड सार सबस्टांसिस नॉट बी kept in brass and copper vessels। कर्ड और सार सबस्टांसिस ਨੂੰ ब्रास या कॉपर वैसल्स क्यों नहीं रखना चाहिए? आंसर देखो ਇਹਦਾ। If sour substances are kept in brass and copper utensils, then the acid present in curd and sour substances will react with the brass and copper to form toxic compounds which are harmful to our body. Therefore, sour substances and curd should not be kept in brass and copper utensils. ਸਾਰ ਯਾਨੀ ਕਿ ਖੱਟੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਅਗਰ ਆਪਾਂ ਉਹਨਾਂ ਨੂੰ ਬਰਾਸ ਜਾਂ ਕਾਪਰ ਦੇ ਭਾਂਡਿਆਂ 'ਚ ਰੱਖਾਂਗੇ, ਬਰਤਨਾਂ 'ਚ ਰੱਖਾਂਗੇ ਤਾਂ ਜਿਹੜਾ ਇਹਨਾਂ ਦੇ ਵਿੱਚ ਐਸਿਡ ਹੁੰਦਾ, ਆਪਾਂ ਨੂੰ ਪਤਾ ਖੱਟੀਆਂ ਸਬਸਟੈਂਸਿਸ 'ਚ ਐਸਿਡ ਹੁੰਦਾ, ਜਿਹੜਾ ਇਹਨਾਂ 'ਚ ਐਸਿਡ ਹੈ ਉਹ ਬਰਾਸ ਔਰ ਕਾਪਰ ਦੇ ਨਾਲ ਰਿਐਕਟ ਕਰਕੇ ਆਪਣੇ ਬੋਡੀ ਲਈ ਜਿਹੜੀਆਂ ਹਾਰਮਫੁਲ ਚੀਜ਼ਾਂ ਨੇ ਜਾਂ ਜ਼ਹਿਰੀਲੇ ਕੰਪਾਊਂਡਸ ਨੇ ਉਹ ਬਣਾਉਣਗੇ, ਜਿਹਦੇ ਨਾਲ ਆਪਣੀ ਹੈਲਥ ਖਰਾਬ ਹੋ ਸਕਦੀ ਹੈ। ਇਸ ਲਈ ਬਰਾਸ ਔਰ ਕਾਪਰ ਦੇ ਵਿੱਚ ਆਪਾਂ ਕਦੇ ਵੀ ਐਸਿਡਿਕ ਚੀਜ਼ਾਂ ਜਿਵੇਂ ਕਿ ਕਰਡ ਹੋ ਗਿਆ ਜਾਂ ਖੱਟੀ ਸਬਸਟੈਂਸਿਸ ਨਹੀਂ ਰੱਖਦੇ। ਸੈਕਿੰਡ ਕੁਐਸਚਨ ਸੀ ਤੁਹਾਡਾ ਵਿਚ ਗੈਸ ਇਜ਼ ਯੂਜੂਅਲੀ ਲਿਬਰੇਟਿਡ ਵੈਨ ਐਨ ਐਸਿਡ ਰਿਐਕਟਸ ਵਿਦ ਦ ਮੈਟਲ। ਆਪਾਂ ਦੇਖਿਆ ਸੀ ਜਦੋਂ ਐਸਿਡ ਦੇ ਨਾਲ ਮੈਟਲ ਦੀ ਰਿਐਕਸ਼ਨ ਹੁੰਦੀ ਹੈ ਤਾਂ ਹਾਈਡਰੋਜਨ ਗੈਸ ਲਿਬਰੇਟ ਹੁੰਦੀ ਹੈ। ਇਲਸਟ੍ਰੇਟ ਵਿਦ ਐਨ ਐਗਜ਼ਾਮਪਲ ਹਾਊ ਵਿਲ ਯੂ ਟੈਸਟ ਫॉर द ਪ੍ਰੈਜ਼ੈਂਸ ਆਫ ਗੈਸ। ਆਪਾਂ ਇਹ ਇੱਕ ਐਕਟੀਵਿਟੀ ਦੇ ਨਾਲ ਸਮਝਿਆ ਸੀ। ਹੁਣ ਆਪਾਂ ਇਹਦੇ ਵਿੱਚ ਐਗਜ਼ਾਮਪਲ ਕੀ ਦੇਵਾਂਗੇ? ਜ਼ਿੰਕ ਦੀ ਆਪਾਂ ਸਲਫਿਊਰਿਕ ਐਸਿਡ ਦੇ ਨਾਲ ਰਿਐਕਸ਼ਨ ਕਰਵਾਈ ਤਾਂ ਕੀ ਬਣਿਆ? ZnSO4 ਤੇ ਹਾਈਡਰੋਜਨ ਗੈਸ। ਜ਼ਿੰਕ ਕੀ ਹੈ? ਮੈਟਲ ਹੈ। ਸਲਫਿਊਰਿਕ ਐਸਿਡ ਦੇ ਨਾਲ ਆਪਾਂ ਰਿਐਕਸ਼ਨ ਕਰਾਈ ਗਿਆ। ਇਹੀ ਆਪਾਂ ਐਕਟੀਵਿਟੀ 'ਚ ਦੇਖਿਆ ਸੀ। ਜ਼ਿੰਕ ਗ੍ਰੈਨਿਊਲਸ ਲਏ ਸੀ। ਆਪਾਂ ਕੀ ਕੀਤਾ ਸੀ ਫਿਰ ਜਿਹੜੀ ਹਾਈਡਰੋਜਨ ਗੈਸ ਦੀ ਪ੍ਰੈਜ਼ੈਂਸ ਹੈ ਇਹਨੂੰ ਚੈੱਕ ਕਰਨ ਲਈ ਆਪਾਂ ਇਹਨੂੰ ਸੋਪ ਸੋਲਿਊਸ਼ਨ ਦੇ ਵਿੱਚੋਂ ਪਾਸ ਕਰਾਇਆ ਸੀ ਅਤੇ ਬਬਲਸ ਬਣੇ ਸੀ। ਫਿਰ ਆਪਾਂ ਉਹਨਾਂ ਬਬਲਸ ਦੇ ਨੇੜੇ ਇੱਕ ਕੈਂਡਲ ਨੂੰ ਲੈ ਕੇ ਆਏ ਸੀ ਔਰ ਇਹ ਕੈਂਡਲ ਪੌਪ ਸਾਊਂਡ ਦੇ ਨਾਲ ਦਿੱਤੀ ਸੀ ਇਸ ਕੈਂਡਲ ਨੇ ਬਬਲਸ ਦੇ ਕੋਲ ਆ ਕੇ, ਜਿਹਦੇ ਨਾਲ ਆਪਣੀ ਹਾਈਡਰੋਜਨ ਦੀ ਪ੍ਰੈਜ਼ੈਂਸ ਪਤਾ ਲੱਗਦੀ ਹੈ, ਕਨਫਰਮ ਹੁੰਦੀ ਹੈ। ਥਰਡ ਕੁਐਸਚਨ ਹੈ ਤੁਹਾਡਾ ਮੈਟਲ ਕੰਪਾਊਂਡ A reacts with the dilute hydrochloric acid to produce effervescence. The gas evolved extinguishes a burning candle. Write a balanced chemical equation for the reaction if one of the compounds formed is calcium chloride. ਆਪਾਂ ਨੂੰ ਇਹ ਕੀ ਕਹਿ ਰਹੇ ਨੇ? ਆਪਾਂ ਨੂੰ ਕੰਪਾਊਂਡ ਦਾ ਨਾਮ ਨਹੀਂ ਦਿੱਤਾ ਪਰ ਕੋਈ ਕੰਪਾਊਂਡ ਹੈ A ਜਿਹੜਾ ਰਿਐਕਟ ਕਰ ਰਿਹਾ ਡਾਇਲੂਟ ਹਾਈਡਰੋਕਲੋਰਿਕ ਐਸਿਡ ਦੇ ਨਾਲ HCl ਦੇ ਨਾਲ to produce effervescence. The gas evolved extinguishes a burning candle. ਹੁਣ ਤੁਸੀਂ ਇਹ ਦੇਖੋ ਵੀ ਕਿਹੜੀ ਗੈਸ ਹੈ ਜਿਹੜੀ ਐਜ਼ ਐਨ ਐਕਸਟਿੰਗੁਇਸ਼ਰ ਕੰਮ ਕਰਦੀ ਹੈ, ਅੱਗ ਬੁਝਾਉਣ ਦਾ ਕੰਮ ਕਰਦੀ ਹੈ? ਕਾਰਬਨ ਡਾਈਆਕਸਾਈਡ CO2। ਮਤਲਬ ਇਸ ਰਿਐਕਸ਼ਨ 'ਚ CO2 ਗੈਸ ਬਣ ਰਹੀ ਹੈ। ਰਾਈਟ ਦ ਬੈਲੈਂਸਡ ਕੈਮੀਕਲ ਇਕੁਏਸ਼ਨ ਫॉर द ਰਿਐਕਸ਼ਨ ਇਫ ਵਨ ਆਫ ਦ ਕੰਪਾਊਂਡ ਫॉर्म्ड ਇਜ਼ ਕੈਲਸ਼ੀਅਮ ਕਲੋਰਾਈਡ। ਅਤੇ ਇਹਨਾਂ ਨੇ ਆਪਾਂ ਨੂੰ ਇਹ ਕਹਿਤਾ ਵੀ ਕੈਲਸ਼ੀਅਮ ਕਲੋਰਾਈਡ ਬਣ ਰਿਹਾ, ਆਪਾਂ ਨੂੰ ਇਹ ਪਤਾ ਲੱਗ ਗਿਆ ਕਾਰਬਨ ਡਾਈਆਕਸਾਈਡ ਬਣ ਰਹੀ ਹੈ। ਅਤੇ ਆਪਾਂ ਰਿਐਕਸ਼ਨ ਕਿਹਦੇ ਨਾਲ ਕਰਾਈ ਸੀ? HCl ਦੇ ਨਾਲ। ਹੁਣ ਜੇ ਕੈਲਸ਼ੀਅਮ ਕਲੋਰਾਈਡ ਯਾਨੀ ਕਿ ਕੈਲਸ਼ੀਅਮ ਦਾ ਸੋਲਟ ਬਣ ਰਿਹਾ ਤਾਂ ਆਪਾਂ ਪਹਿਲਾਂ ਐਸਿਡ ਦੀ ਰਿਐਕਸ਼ਨ ਵੀ ਤਾਂ ਕੈਲਸ਼ੀਅਮ ਦੇ ਹੀ ਕਾਰਬੋਨੇਟ ਦੇ ਨਾਲ ਕਰਾਈ ਹੋਣੀ, ਕਿਉਂਕਿ ਮੈਟਲ ਦੇ
ਕਾਰਬੋਨੇਟ ਦੀ ਜਦੋਂ ਆਪਾਂ ਐਸਿਡ ਨਾਲ ਰਿਐਕਸ਼ਨ ਕਰਨੇ, ਆਪਾਂ ਇਹ ਪੜ੍ਹੀ ਸੀ ਮੈਟਲ ਕਾਰਬੋਨੇਟਸ ਰਿਐਕਸ਼ਨ ਵਿਦ ਐਸਿਡਸ। ਮੈਟਲ ਅਤੇ ਕਾਰਬੋਨੇਟ ਨੂੰ ਜਦੋਂ ਆਪਾਂ ਐਸਿਡ ਨਾਲ ਰਿਐਕਟ ਕਰਾਵਾਂਗੇ ਤਾਂ ਆਪਣੇ ਕੋਲ ਵਾਟਰ ਅਤੇ ਕਾਰਬਨ ਡਾਈਆਕਸਾਈਡ ਬਣਦੇ ਹੁੰਦੇ ਨੇ, ਨਾਲ ਇੱਕ ਮੈਟਲ ਦਾ ਸਾਲਟ ਬਣਦਾ। ਤਾਂ ਆਪਣੇ ਕੋਲ ਉਰੇ ਕਿਹੜੇ ਮੈਟਲ ਦਾ ਕਾਰਬੋਨੇਟ ਹੈ, ਇਹ ਆਪਾਂ ਨੂੰ ਉਰੇ ਤੋਂ ਪਤਾ ਲੱਗਿਆ ਵੀ ਕੈਲਸ਼ੀਅਮ ਅਤੇ ਕਾਰਬੋਨੇਟ ਦੀ ਰਿਐਕਸ਼ਨ ਕਰਾਈ ਗਈ ਆ। ਹੁਣ ਅੱਗੇ ਨੇ ਪੇਜ ਨੰਬਰ 25 ਦੇ ਇੰਟੈਕਸਟ ਕੁਐਸਚਨਸ। फर्स्ट क्वेश्चन है वाई डू HCl, HNO3 एक्सेट्रा शो एसिडिक character in aqueous solution while solutions of compounds like alcohol, glucose do not show acidic character। HCl, HNO3 एसिडिक character शो करते हैं एक्वस सोल्यूशन ਦੇ ਵਿੱਚ बिकॉज ये आयनाइज होके की बनाते हैं H पॉजिटिव आयन्स, पर ਜਿਹੜੇ अल्कोहल और ग्लूकोज है ये H पॉजिटिव आयन्स नहीं दिंदे, ਜਿਹਦੇ ਕਰਕੇ ਇਹ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰ ਸਕਦੇ ਔਰ ਐਸਿਡਿਕ ਪ੍ਰੋਪਰਟੀਜ਼ ਨਹੀਂ ਸ਼ੋ ਕਰਦੇ। ਠੀਕ ਹੈ। ਸੈਕਿੰਡ ਕੁਐਸਚਨ ਹੈ ਉਰੇ ਤੁਹਾਡੇ ਕੋਲ, ਵਾਈ ਡਜ਼ ਐਨ ਐਕੁਅਸ ਸੋਲਿਊਸ਼ਨ ਆਫ ਐਨ ਐਸਿਡ ਕੰਡਕਟ ਇਲੈਕਟ੍ਰੀਸਿਟੀ। ਕਿਸੇ ਵੀ ਐਸਿਡ ਦਾ ਐਕੁਅਸ ਸੋਲਿਊਸ਼ਨ ਇਲੈਕਟ੍ਰੀਸਿਟੀ ਕਿਉਂ ਕੰਡਕਟ ਕਰਾਦਾ ਹੈ? ਕਿਉਂਕਿ ਇਹ ਆਇਨਾਈਜ਼ ਹੋ ਜਾਂਦਾ, ਆਇਨਸ ਬਣਾਉਂਦਾ ਅਤੇ ਆਇਨਸ ਕੀ ਕਰਦੇ ਨੇ, ਕਰੰਟ ਕੈਰੀਅਰ ਦਾ ਕੰਮ ਕਰਦੇ ਨੇ ਅਤੇ ਕਰੰਟ ਨੂੰ ਕੰਡਕਟ ਕਰਵਾਉਂਦੇ ਨੇ। ਵਾਈ ਡਜ਼ ਡਰਾਈ HCl ਗੈਸ ਡਜ਼ ਨਾਟ ਚੇਂਜ ਦ ਕਲਰ ਆਫ ਡਰਾਈ ਲਿਟਮਸ ਪੇਪਰ। ਆਪਾਂ ਪੜ੍ਹਿਆ ਸੀ ਕਿ ਕੋਈ ਵੀ ਜਿਹੜੀ ਡਰਾਈ ਕੰਪਾਊਂਡ ਹੁੰਦਾ ਇਹ ਲਿਟਮਸ ਪੇਪਰ ਦਾ ਕਲਰ ਚੇਂਜ ਨਹੀਂ ਕਰ ਸਕਦੇ। ਕਿਉਂ? ਐਸਿਡਸ ਡਿਸੋਸੀਏਟ ਟੂ ਗਿਵ H ਪੋਜ਼ਿਟਿਵ ਆਇਨਸ ਔਨ ਦ ਓਨਲੀ ਇਨ ਦ ਐਕੁਅਸ ਸੋਲਿਊਸ਼ਨ। ਡਰਾਈ HCl ਹੈ ਜਿਹੜਾ, ਇਹਦੇ ਵਿੱਚ H ਪੋਜ਼ਿਟਿਵ ਆਇਨਸ ਤਾਂ ਬਣਦੇ ਹੀ ਨਹੀਂ, ਵਾਟਰ ਦੀ ਐਬਸੈਂਸ ਦੇ ਵਿੱਚ ਆਪਾਂ ਨੂੰ ਪਤਾ ਵੀ ਆਇਨਾਈਜ਼ ਨਹੀਂ ਹੁੰਦਾ, ਜਿਹਦੇ ਕਰਕੇ ਇਹ ਲਿਟਮਸ ਪੇਪਰ ਦਾ ਕਲਰ ਚੇਂਜ ਨਹੀਂ ਕਰਦਾ। ਠੀਕ ਹੈ। ਵਾਈ ਡਿਲਿਊਟਿੰਗ ਐਨ ਐਸਿਡ, ਵਾਈ ਇਜ਼ ਇਟ ਰეკਮੈਂਡਡ ਦੈਟ ਦ ਐਸਿਡ ਸ਼ੁੱਡ ਬੀ ਐਡਿਡ ਟੂ ਵਾਟਰ ਐਂਡ ਨਾਟ ਵਾਟਰ ਟੂ ਐਸਿਡ। ਆਪਾਂ ਪੜ੍ਹਿਆ ਸੀ ਕਿ ਜਦੋਂ ਆਪਾਂ ਨੇ ਡਿਲਿਊਟ ਕਰਨਾ ਹੁੰਦਾ ਐਸਿਡ ਨੂੰ ਤਾਂ ਆਪਾਂ ਹਮੇਸ਼ਾ ਪਾਣੀ ਦੇ ਵਿੱਚ ਐਸਿਡ ਐਡ ਕਰਦੇ ਹਾਂ, ਨਾ ਕਿ ਐਸਿਡ ਦੇ ਵਿੱਚ ਪਾਣੀ। ਕਿਉਂ? ਕਿਉਂਕਿ ਜਿਹੜਾ ਰਿਐਕਸ਼ਨ ਹੁੰਦਾ ਇਹ ਹਾਈਲੀ ਐਗਜ਼ੋਥਰਮਿਕ ਹੁੰਦਾ, ਐਕਸਪਲੋਸਿਵ ਰਿਐਕਸ਼ਨ ਹੁੰਦੀ ਹੈ ਇਹ। ਐਗਜ਼ੋਥਰਮਿਕ ਮੀਨਸ ਜਿਸ 'ਚੋਂ ਬਹੁਤ ਹੀ ਜ਼ਿਆਦਾ ਹੀਟ ਬਣਦੀ, ਇੰਨੀ ਹੀਟ ਬਣਦੀ ਹੈ ਕਿ ਜੇ ਆਪਾਂ ਐਸਿਡ 'ਚ ਵਾਟਰ ਐਡ ਕਰਾਂਗੇ ਤਾਂ ਜਿਹੜਾ ਬੀਕਰ ਹੈ ਜਿਸ 'ਚ ਇਹ ਆਪਾਂ ਮਿਕਸ ਕਰ ਰਹੇ ਉਹਦਾ ਐਕਸਪਲੋਜਨ ਹੋ ਸਕਦਾ ਬੀਕਰ ਦਾ। ਠੀਕ ਹੈ। ਇਸ ਦੇ ਕਰਕੇ ਆਪਾਂ ਸੇਫਟੀ ਪਰਪਸ ਲਈ ਹਮੇਸ਼ਾ ਐਸਿਡ ਐਡ ਕਰਦੇ ਹਾਂ ਪਾਣੀ ਦੇ ਵਿੱਚ, ਉਹ ਵੀ ਕੌਨਸਟੈਂਟ ਸਟਰਿੰਗ ਦੇ ਨਾਲ, ਮਤਲਬ ਉਹਨੂੰ ਘੋਲਦੇ ਰਹਿੰਦੇ ਹਾਂ ਨਾਲ ਨਾਲ। ਹਾਊ ਇਜ਼ ਦ ਕੰਸਨਟ੍ਰੇਸ਼ਨ ਆਫ ਹਾਈਡਰੋਨੀਅਮ ਆਇਨਸ ਇਫੈਕਟਿਡ ਵੈਨ ਦ ਸੋਲਿਊਸ਼ਨ ਆਫ ਐਨ ਐਸਿਡ ਇਜ਼ ਡਿਲਿਊਟਿਡ। ਜਦੋਂ ਆਪਾਂ ਡਿਲਿਊਟ ਕਰਦੇ ਹਾਂ ਮਤਲਬ ਪਾਣੀ ਐਡ ਕਰਦੇ ਹਾਂ ਤਾਂ ਹਾਈਡਰੋਨੀਅਮ ਆਇਨਸ ਦੀ ਕੌਨਸਨਟ੍ਰੇਸ਼ਨ ਯਾਨੀ ਕਿ H ਪੋਜ਼ਿਟਿਵ ਆਇਨਸ ਦੀ ਕੌਨਸਨਟ੍ਰੇਸ਼ਨ ਘੱਟ ਜਾਂਦੀ ਹੈ। ਕਿਉਂਕਿ ਜਦੋਂ ਪਹਿਲਾਂ ਤਾਂ ਪਿਓਰ ਐਸਿਡ ਸੀਗਾ, ਹਾਈਡਰੋਜਨ ਆਇਨਸ ਜ਼ਿਆਦਾ ਸੀ, ਪਰ ਜਦੋਂ ਆਪਾਂ ਵਾਟਰ ਐਡ ਕਰਤਾ ਤਾਂ ਉਹ ਘੱਟ ਜਾਂਦੇ ਨੇ। ਠੀਕ ਹੈ। ਹਾਊ ਇਜ਼ ਦ ਕੌਨਸਨਟ੍ਰੇਸ਼ਨ ਆਫ ਹਾਈਡਰੋਕਸਾਈਡ ਆਇਨਸ ਇਫੈਕਟਿਡ ਵੈਨ ਐਕਸੈਸ ਬੇਸ ਇਜ਼ ਡਿਜ਼ੋਲਵਡ ਇਨ ਦ ਸੋਲਿਊਸ਼ਨ ਆਫ ਸੋਡੀਅਮ ਹਾਈਡਰੋਕਸਾਈਡ। ਜਦੋਂ ਆਪਾਂ ਸੋਡੀਅਮ ਹਾਈਡਰੋਕਸਾਈਡ ਪਹਿਲਾਂ ਹੀ ਇੱਕ ਬੇਸ ਹੈ, ਉਸ ਦੇ ਵਿੱਚ ਆਪਾਂ ਹੋਰ ਇੱਕ ਬੇਸ ਐਡ ਕਰਤਾ ਜੇ ਤਾਂ ਹਾਈਡਰੋਕਸਾਈਡ ਆਇਨਸ ਦੀ ਕੌਨਸਨਟ੍ਰੇਸ਼ਨ ਤਾਂ ਵਧੂਗੀ ਉਹ। ਠੀਕ ਹੈ। OH ਨੈਗੇਟਿਵ ਆਇਨਸ, ਹਾਈਡਰੋਕਸਾਈਡ ਆਇਨਸ ਵੱਧ ਜਾਂਦੇ ਨੇ। ਅੱਗੇ ਨੇ ਆਪਣੇ ਕੋਲ ਪੇਜ ਨੰਬਰ 28 ਦੇ ਇੰਟੈਕਸਟ ਕੁਐਸਚਨਸ। You have two solutions A and B. The pH of solution A is 6 and pH of solution B is 8. Which solution has more hydrogen ion concentration? Which is acidic and which one is basic? ਹੁਣ pH ਆਪਾਂ ਨੂੰ ਪਤਾ ਹੈ, ਜੇ 7 ਤੋਂ ਘੱਟ ਹੈ ਤਾਂ ਸੋਲਿਊਸ਼ਨ ਐਸਿਡਿਕ ਹੋਊਗਾ, ਜੇ 7 ਤੋਂ ਜ਼ਿਆਦਾ ਹੈ ਤਾਂ ਬੇਸਿਕ ਹੋਊਗਾ। ਹੁਣ ਜੇ pH 6 ਹੈ ਤਾਂ ਜਿਹੜਾ ਸੋਲਿਊਸ਼ਨ A ਹੈ ਇਹ ਕੀ ਹੈ, ਐਸਿਡ ਹੈ, ਔਰ ਜਿਹੜਾ ਸੋਲਿਊਸ਼ਨ B ਹੈ ਉਹਦੀ pH 8 ਹੈ ਤਾਂ ਉਹ ਕੀ ਹੈ, ਬੇਸ ਹੈ। ਤਾਂ ਹਾਈਡਰੋਜਨ ਆਇਨ ਯਾਨੀ ਕਿ H ਪੋਜ਼ਿਟਿਵ ਆਇਨ ਦੀ ਕੌਨਸਨਟ੍ਰੇਸ਼ਨ ਤਾਂ ਐਸਿਡ 'ਚ ਜ਼ਿਆਦਾ ਹੁੰਦੀ ਹੈ, ਤਾਂ ਹਾਈਡਰੋਜਨ ਆਇਨ ਕੌਨਸਨਟ੍ਰੇਸ਼ਨ ਸੋਲਿਊਸ਼ਨ A ਦੀ ਜ਼ਿਆਦਾ ਹੋਊਗੀ। What effect does the concentration of H positive ions have on the nature of the solution? H positive ion ਦੀ concentration ਦਾ ਮਤਲਬ ਹੈ ਜਿੰਨੇ ਜ਼ਿਆਦਾ ਹੋਣਗੇ ਉਨੀ ਜ਼ਿਆਦਾ ਐਸਿਡਿਕ ਸੋਲਿਊਸ਼ਨ ਹੋਊਗਾ, ਜਿੰਨਾ ਸਟਰੋਂਗ ਐਸਿਡ ਹੋਊਗਾ ਉਸ ਦੇ ਵਿੱਚ ਉਨੀ H positive ions ਦੀ concentration
ज़्यादा होगी, मतलब उस चून में H पॉजिटिव आयंस ज़्यादा होंगे। डू बेसिक सॉल्यूशंस आल्सो हैव H पॉजिटिव आयंस? इफ यस then why are these basic? ਜਿਹੜੇ ਬੇਸਿਕ ਸੋਲਿਊਸ਼ਨ ਹੁੰਦੇ ਨੇ ਉਸ 'ਚ ਵੀ ਹੁੰਦੇ ਹਰ ਤਰ੍ਹਾਂ ਦੇ ਆਇਨਸ ਨੇ, ਪਰ ਬੇਸਿਕ ਸੋਲਿਊਸ਼ਨਸ ਦੇ ਵਿੱਚ OH ਨੈਗੇਟਿਵ ਆਇਨਸ ਦੀ ਕੌਨਸਨਟ੍ਰੇਸ਼ਨ ਜ਼ਿਆਦਾ ਹੁੰਦੀ ਹੈ H ਪੋਜ਼ਿਟਿਵ ਆਇਨਸ ਨਾਲੋਂ, ਜਿਹਦੇ ਕਰਕੇ ਉਹਨਾਂ ਦੀ ਨੇਚਰ ਬੇਸਿਕ ਬਣ ਜਾਂਦੀ ਹੈ। ਅੰਡਰ what soil condition do you think a farmer would treat the soil of his fields with quicklime, calcium oxide or slaked lime, calcium hydroxide or chalk, calcium carbonate? ਜਿਹੜੇ ਇਹ ਤਿੰਨੋਂ ਕੰਪਾਊਂਡਸ ਨੇ ਇਹ ਕੀ ਹੁੰਦੇ ਨੇ? ਬੇਸਿਕ ਹੁੰਦੇ ਨੇ, ਅਲਕਲਾਈਨ ਵੀ ਕਹਿ ਸਕਦੇ ਆਪਾਂ ਨੂੰ। ਹੁਣ ਜੇ ਕਿਸੇ ਫਾਰਮਰ ਦੇ ਸੋਇਲ ਦੇ ਵਿੱਚ ਐਸਿਡ ਜ਼ਿਆਦਾ ਹੋ ਗਿਆ, ਮਤਲਬ ਐਸਿਡ ਦੀ ਕੌਨਸਨਟ੍ਰੇਸ਼ਨ ਜ਼ਿਆਦਾ ਹੋ ਗਿਆ, ਸਪੋਜ਼ ਐਸਿਡ ਰੇਨ ਹੋਈ ਹੈ ਤਾਂ ਉਹਦੀ ਮਿੱਟੀ ਦੇ ਵਿੱਚ ਐਸਿਡ ਮਿਕਸ ਹੋ ਗਿਆ, ਤਾਂ ਉਹ ਕੀ ਕਰੂਗਾ? ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਵੀ ਕੰਪਾਊਂਡ ਨੂੰ ਯੂਜ਼ ਕਰ ਸਕਦਾ। ਸਾਰੇ ਕੀ ਨੇ? ਬੇਸਿਕ ਨੇ। ਤਾਂ ਉਹ ਜਿਹੜਾ ਐਕਸੈਸ ਐਸਿਡ ਹੈ, ਜ਼ਿਆਦਾ ਐਸਿਡ ਹੈ, ਉਹਦੇ ਇਫੈਕਟ ਨੂੰ ਨਿਊਟਰਲਾਈਜ਼ ਕਰ ਦਿੰਦੇ ਨੇ। ਠੀਕ ਹੈ, ਅੱਗੇ ਨੇ ਆਪਣੇ ਕੋਲ ਪੇਜ ਨੰਬਰ 33 ਦੇ ਇੰਡੈਕਸਡ ਕੁਐਸਚਨਸ। ਵਟ ਇਜ਼ ਦ ਕਾਮਨ ਨੇਮ ਆਫ ਦ ਕੰਪਾਊਂਡ CaOCl2? CaOCl2 ਆਪਾਂ ਪੜ੍ਹਿਆ ਸੀ, ਕਿਹੜਾ ਕੰਪਾਊਂਡ ਹੁੰਦਾ? ਬਲੀਚਿੰਗ ਪਾਊਡਰ। ਨੇਮ ਦਾ ਸਬਸਟਾਂਸ ਵਿਚ ਔਨ ਟਰੀਟਮੈਂਟ ਵਿਦ ਕਲੋਰੀਨ ਯੀਲਡਸ ਬਲੀਚਿੰਗ ਪਾਊਡਰ। ਇਹ ਜਿਹਾ ਕਿਹੜਾ ਸਬਸਟਾਂਸ ਹੈ ਜਿਹੜਾ ਕਲੋਰੀਨ ਦੇ ਨਾਲ ਜਦੋਂ ਆਪਾਂ ਉਹਦੀ ਰਿਐਕਸ਼ਨ ਕਰਵਾਈਏ ਤਾਂ ਬਲੀਚਿੰਗ ਪਾਊਡਰ ਦਊਗਾ? ਆਪਾਂ ਪੜ੍ਹਿਆ ਸੀ ਸਲੇਕਡ ਲਾਈਮ, CaOH ਟਵਾਈਸ। ਨੇਮ ਦਾ ਸੋਡੀਅਮ ਕੰਪਾਊਂਡ ਵਿਚ ਇਜ਼ ਯੂਜ਼ਡ ਫॉर ਸੌਫਟਨਿੰਗ ਹਾਰਡ ਵਾਟਰ। ਇਹ ਜਿਹਾ ਇਹ ਆਪਾਂ ਯੂਜ਼ਸ ਪੜ੍ਹੇ ਸੀਗੇ ਸੋਡੀਅਮ ਦੇ ਕੰਪਾਊਂਡਸ ਦੇ। ਇਹ ਜਿਹਾ ਕਿਹੜਾ ਕੰਪਾਊਂਡ ਹੈ? ਸੋਡੀਅਮ ਕਾਰਬੋਨੇਟ, Na2CO3। What will happen if a solution of sodium hydrogen carbonate is heated? Give the equation if the what is the reaction involved? ਜਦੋਂ ਆਪਾਂ ਸੋਡੀਅਮ ਬਾਈਕਾਰਬੋਨੇਟ ਦੀ ਰਿਐਕਸ਼ਨ ਕਰਵਾਉਂਦੇ ਹਾਂ, ਹੀਟ ਦਿੰਦੇ ਹਾਂ, ਤਾਂ ਇਹ ਟੁੱਟ ਕੇ ਸੋਡੀਅਮ ਕਾਰਬੋਨੇਟ ਬਣਾ ਦਿੰਦਾ, ਨਾਲ ਕਾਰਬਨ ਡਾਈਆਕਸਾਈਡ ਅਤੇ ਵਾਟਰ ਬਣਦਾ। ਠੀਕ ਹੈ, ਸੋਡੀਅਮ ਹਾਈਡਰੋਜਨ ਕਾਰਬੋਨੇਟ ਤੋਂ ਸੋਡੀਅਮ ਕਾਰਬੋਨੇਟ ਬਣੂਗਾ। ਰਾਈਟ ਐਨ ਇਕੁਏਸ਼ਨ ਟੂ ਸ਼ੋ ਦ ਰਿਐਕਸ਼ਨ ਬਿਟਵੀਨ ਪਲਾਸਟਰ ਆਫ ਪੈਰਿਸ ਐਂਡ ਵਾਟਰ। ਪਲਾਸਟਰ ਆਫ ਪੈਰਿਸ ਦੇ ਵਿੱਚ ਜਦੋਂ ਆਪਾਂ ਵਾਟਰ ਐਡ ਕਰਦੇ ਹਾਂ, ਆਪਾਂ ਪੜ੍ਹਿਆ ਸੀ ਕੀ ਬਣਦਾ? ਜਿਪਸਮ। ਠੀਕ ਹੈ, ਹੁਣ ਅੱਗੇ ਆ ਗਏ ਤੁਹਾਡੇ ਕੋਲ ਬੁੱਕ ਐਕਸਰਸਾਈਜ਼ ਦੇ ਕੁਐਸਚਨ, ਟੈਕਸਚੁਅਲ ਕੁਐਸਚਨਸ। ਫਸਟ ਕੁਐਸਚਨ ਹੈ A solution turns red litmus blue. What will be its pH? ਰੈਡ ਤੋਂ ਬਲੂ ਦੇ ਰਿਹਾ ਤਾਂ ਕਿਹੜਾ ਹੋਊਗਾ? ਬੇਸ ਕੀ ਹੈ? ਰੈਡ ਲਿਟਮਸ ਪੇਪਰ ਨੂੰ ਬਲੂ ਬਣਾ ਦਿੰਦਾ। ਠੀਕ ਹੈ, ਤਾਂ ਬੇਸਿਕ ਸੋਲਿਊਸ਼ਨ ਦੀ pH ਕਿੰਨੀ ਹੋਊਗੀ? 10। A solution reacts with the ground shell of an egg to produce a gas which turns lime water milky. What is the solution? ਹੁਣ ਇਹ ਜੀ ਕਿਹੜੀ ਗੈਸ ਹੈ? ਇਹੋ ਜਿਹਾ ਕਿਹੜਾ ਸੋਲਿਊਸ਼ਨ ਹੈ ਜਿਹਦੀ ਗੈਸ ਜਿਹੜੀ ਗੈਸ ਬਣ ਰਹੀ ਹੈ ਆਪਾਂ ਉਸਨੂੰ ਜੇ ਲਾਈਮ ਵਾਟਰ 'ਚੋਂ ਕਰਾਈਏ ਪਾਸ, ਉਹਦਾ ਕਲਰ ਮਿਲਕੀ ਮੀਨਸ ਦੁੱਧ ਵਰਗਾ ਕਰਦੇ। ਇਹੋ ਜਿਹਾ ਕਿਹੜਾ ਸੋਲਿਊਸ਼ਨ ਹੁੰਦਾ? HCl। A 10 ml solution of NaOH, sodium hydroxide, becomes completely neutral in 8 ml solution of HCl. If we take 20 ml of same solution of NaOH, how much of the same solution of HCl will be required to neutralize it? ਹੁਣ ਤੁਸੀਂ ਦੇਖੋ 10 ml ਸੋਲਿਊਸ਼ਨ NaOH ਯਾਨੀ ਕਿ ਸੋਡੀਅਮ ਹਾਈਡਰੋਕਸਾਈਡ ਨੂੰ ਨਿਊਟਰਲਾਈਜ਼ ਕਰ ਰਿਹਾ 8 ml of HCl, ਮਤਲਬ ਐਸਿਡ ਔਰ ਬੇਸ। 8 ml ਐਸਿਡ 10 ml ਬੇਸ ਨੂੰ ਨਿਊਟਰਲਾਈਜ਼ ਕਰ ਰਿਹਾ। ਜੇ ਆਪਣੇ ਕੋਲ 20 ml ਬੇਸ ਹੈ ਯਾਨੀ ਕਿ ਇਹਦਾ ਡਬਲ ਹੋ ਗਿਆ, ਤਾਂ ਡਬਲ ਐਸਿਡ ਚਾਹੀਦਾ ਹੋਊਗਾ ਉਹਨੂੰ ਨਿਊਟਰਲਾਈਜ਼ ਕਰਨ ਲਈ, ਤਾਂ ਕਿੰਨਾ ਚਾਹੀਦਾ? 16 ml. Which one of the following types of medicines is used for treating indigestion? Indigestion यानी कि एसिडिटी ਨੂੰ ट्रीट ਕਰਨ ਲਈ ਆਪਾਂ ਕੀ ਲੈਂਦੇ ਹਾਂ? एंटासिड्स। First write the word equation for the following reactions and then write the balanced equations. ਹੁਣ ਇਹਨਾਂ ਰਿਐਕਸ਼ਨਸ ਨੂੰ ਪਹਿਲਾਂ ਤਾਂ ਤੁਸੀਂ ਕੈਮੀਕਲ ਫਾਰਮੂਲੇਸ ਦੀ ਫਾਰਮ 'ਚ ਲਿਖਣਾ ਹੈ ਔਰ ਫਿਰ ਉਸਨੂੰ ਬੈਲੈਂਸ ਕਰਨਾ ਹੈ। ਬੈਲੈਂਸਿੰਗ ਚੈਪਟਰ ਨੰਬਰ 1 'ਚ ਆਪਾਂ ਪੜ੍ਹੀ ਸੀ। Dilute sulfuric acid reacts with zinc granules. Zinc ਦੀ ਰਿਐਕਸ਼ਨ H2SO4, ਸਲਫਿਊਰਿਕ ਐਸਿਡ ਕੀ ਹੁੰਦਾ? H2SO4। ਕੀ ਹੋਊਗੀ? ਡਿਸਪਲੇਸਮੈਂਟ ਹੋਊਗੀ, ZnSO4 ਬਣ ਜੂਗਾ ਅਤੇ ਹਾਈਡਰੋਜਨ ਗੈਸ ਲਿਬਰੇਟ ਹੋਊਗੀ। ਮੈਗਨੀਸ਼ੀਅਮ ਔਰ ਹਾਈਡਰੋਕਲੋਰਿਕ ਐਸਿਡ ਇਹ ਵੀ ਕੀ ਹੈ? ਕਿ ਡਿਸਪਲੇਸਮੈਂਟ ਰਿਐਕਸ਼ਨ ਹੈ। ਇਸ ਕੇਸ 'ਚ ਵੀ
हाइड्रोजन गैस रिलीज़ होएगी। दोनों केसिस ए और बी ਦੇ ਆਪਾਂ ਮੈਟਲ ਦੀ ਐਸਿਡ ਦੇ ਨਾਲ ਰਿਐਕਸ਼ਨ ਕਰਾ ਰਹੇ ਹਾਂ। ठीक है, ਹੁਣ देखो थर्ड की है, थर्ड और फोर्थ भी मैटल ਦੀ ਐਸਿਡ ਨਾਲ ਹੀ ਰਿਐਕਸ਼ਨਸ ਨੇ, ਔਰ ਇਹਨਾਂ 'ਚ ਵੀ डिसप्लेसमेंट ही हो रही है। सारियां की ने डिसप्लेसमेंट रिएक्शंस दी एग्जांपल्स। कंपाउंड्स लाइक अल्कोहल and glucose also contain hydrogen, but they are not classified as acids. Prove it with an activity. ਹੁਣ ਆਪਾਂ ਇਹ ਪੜ੍ਹਿਆ ਸੀ ਕਿ ਗਲੂਕੋਸ ਔਰ ਐਲਕੋਹਲ H ਪੋਜ਼ੀਟਿਵ ਆਇਨਸ ਨਹੀਂ ਦਿੰਦੇ, ਪਰ ਇਹਨਾਂ 'ਚ ਹਾਈਡਰੋਜਨ ਹੁੰਦਾ। ਇਸ ਚੀਜ਼ ਨੂੰ ਆਪਾਂ ਨੇ ਇੱਕ ਐਕਟੀਵਿਟੀ ਦੇ ਨਾਲ ਪ੍ਰੂਵ ਕਰਨਾ ਹੈ। ਹੁਣ ਜਿਹੜੇ ਕੰਪਾਊਂਡਸ ਹੁੰਦੇ ਨੇ ਐਲਕੋਹਲ ਅਤੇ ਗਲੂਕੋਸ, ਇਹਨਾਂ 'ਚ ਹਾਈਡਰੋਜਨ ਹੁੰਦਾ, ਪਰ ਇਹ ਆਇਨਾਈਜ਼ ਹੋ ਕੇ H ਪੋਜ਼ੀਟਿਵ ਆਇਨਸ ਨਹੀਂ ਦੇ ਸਕਦੇ, ਜਿਹਦੇ ਕਰਕੇ ਇਹ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰਦੇ। ਆਪਾਂ ਐਕਟੀਵਿਟੀ ਦੇ ਵਿੱਚ ਕੀ ਕਰਾਂਗੇ ਕਿ ਆਪਾਂ ਐਲਕੋਹਲ ਜਾਂ ਗਲੂਕੋਜ਼ ਦਾ ਇੱਕ ਸੋਲਿਊਸ਼ਨ ਲੈ ਲਾਂਗੇ ਔਰ ਉਹਦੇ ਨਾਲ ਇੱਕ ਸਰਕਿਟ ਜੁਆਇਨ ਕਰ ਲਾਂਗੇ, ਇੱਕ ਸਰਕਿਟ ਕੰਪਲੀਟ ਕਰਾਂਗੇ। ਆਪਾਂ ਬਲਬ ਲਗਾਵਾਂਗੇ, ਆਪਾਂ ਦੇਖਾਂਗੇ ਵੀ ਇਸ ਸਰਕਿਟ 'ਚੋਂ ਕਰੰਟ ਨਹੀਂ ਫਲੋ ਕਰਦਾ, ਬਲਬ ਗਲੋ ਨਹੀਂ ਕਰੇਗਾ। ਦੈਟ ਮੀਨਸ ਕਰੰਟ ਫਲੋ ਨਹੀਂ ਹੋ ਰਿਹਾ। ਫਲੋ ਕਿਉਂ ਨਹੀਂ ਹੋ ਰਿਹਾ? ਕਿਉਂਕਿ ਇਹ H ਪੋਜ਼ੀਟਿਵ ਦੇ ਆਇਨਸ ਨਹੀਂ ਬਣਾ ਰਹੇ। ਅਗਲਾ ਕੁਐਸਚਨ ਹੈ ਤੁਹਾਡੇ ਕੋਲ, ਵਾਈ ਇਜ਼ ਡਿਸਟਿਲਡ ਵਾਟਰ not a conductor of electricity while rainwater is? Gases like CO2 and SO2 are present in the atmosphere and are dissolved in rainwater to form carbonic acid, sulfurous acid, etc. They dissociate into H positive ions which conduct electricity. That is why rainwater conducts electricity. On the other hand, distilled water does not contain soluble salts or gases, so it does not ionize to conduct electricity. ਹੁਣ ਇਹ ਕੀ ਕਹਿ ਰਿਹਾ ਵੀ ਜਿਹੜਾ ਡਿਸਟਿਲਡ ਵਾਟਰ ਹੁੰਦਾ ਉਹ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰਦਾ, ਪਰ ਰੇਨ ਵਾਟਰ ਕਰਦਾ। ਰੇਨ ਵਾਟਰ ਕਿਉਂ ਕਰਦਾ? ਕਿਉਂਕਿ ਜਿਹੜੀ ਹਵਾ ਦੇ ਵਿੱਚ ਗੈਸਿਸ ਹੁੰਦੀਆਂ ਨੇ ਐਟਮੋਸਫੇਅਰ 'ਚ, ਜਿਵੇਂ ਕਿ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਇਹ ਕੀ ਕਰਦੇ ਨੇ, ਇਹ ਜਦ ਬਾਰਿਸ਼ ਹੁੰਦੀ ਹੈ, ਮੀਂਹ ਪੈਂਦਾ, ਤਾਂ ਰੇਨ ਵਾਟਰ ਦੇ ਨਾਲ ਰਿਐਕਟ ਕਰਕੇ ਐਸਿਡਸ ਬਣਾ ਲੈਂਦੇ ਨੇ। ਹੁਣ ਐਸਿਡਸ ਨੇ ਜਿਹੜੇ ਉਹ ਇਲੈਕਟ੍ਰੀਸਿਟੀ ਕੰਡਕਟ ਕਰਦੇ ਨੇ, H ਪੋਜ਼ੀਟਿਵ ਆਇਨਸ ਬਣਾਉਂਦੇ ਨੇ, ਆਇਨਾਈਜ਼ ਹੋ ਜਾਣਗੇ, ਉਹ ਟੁੱਟ ਜਾਂਦੇ ਨੇ। ਪਰ ਡਿਸਟਿਲਡ ਵਾਟਰ ਦੇ ਵਿੱਚ ਇਹੋ ਜਿਹੇ ਕੋਈ ਸੋਲਟਸ ਜਾਂ ਗੈਸਿਸ ਨਹੀਂ ਮਿਲੀਆਂ ਹੋਈਆਂ ਹੁੰਦੀਆਂ ਜਿਹੜੀਆਂ ਆਇਨਾਈਜ਼ ਹੋ ਸਕਣ, ਟੁੱਟ ਕੇ ਇਲੈਕਟ੍ਰੀਸਿਟੀ ਕੰਡਕਟ ਕਰਾ ਸਕਣ। ਵਾਈ ਡੂ ਐਸਿਡਸ ਡੂ ਨਾਟ ਸ਼ੋ ਐਸਿਡਿਕ ਬਿਹੇਵੀਅਰ ਇਨ ਦ ਐਬਸੈਂਸ ਆਫ ਵਾਟਰ? ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਹਾਈਡਰੋਨੀਅਮ ਆਇਨਸ ਬਣਾ ਲੈਂਦੇ ਨੇ, H ਪੋਜ਼ੀਟਿਵ ਆਇਨਸ ਦੇ ਸਕਦੇ ਨੇ, ਪਰ ਵਾਟਰ ਦੀ ਐਬਸੈਂਸ ਦੇ ਵਿੱਚ, ਯਾਨੀ ਕਿ ਜਦੋਂ ਆਪਾਂ ਜੇ ਕੋਈ ਡਰਾਈ ਐਸਿਡ ਲਈਏ ਤਾਂ ਆਇਨਾਈਜ਼ ਨਹੀਂ ਹੁੰਦਾ, ਆਇਨਸ ਨਹੀਂ ਬਣਾਉਂਦਾ, ਜਿਹਦੇ ਕਰਕੇ ਐਸਿਡਸ ਨੇ ਜਿਹੜਾ ਆਪਣਾ ਐਸਿਡਿਕ ਬਿਹੇਵੀਅਰ ਸ਼ੋ ਨਹੀਂ ਕਰਦੇ। ਆਪਾਂ ਨੂੰ 5 ਸੋਲਿਊਸ਼ਨਸ ਦੇਤੇ। when tested with universal indicator shows pH 4, 1, 11, 7 and 9 respectively. ਇਹਨਾਂ 'ਚ ਆਪਾਂ ਨੇ ਦੱਸਣਾ ਵਿੱਚ ਸੋਲਿਊਸ਼ਨ ਇਜ਼ ਨਿਊਟਰਲ, ਸਟਰੋਂਗਲੀ ਐਲਕਲਾਈਨ, ਸਟਰੋਂਗਲੀ ਐਸਿਡਿਕ, ਵੀਕਲੀ ਐਸਿਡਿਕ ਔਰ ਵੀਕਲੀ ਬੇਸਿਕ। ਹੁਣ ਦੇਖੋ ਇਹ ਸੋਲਿਊਸ਼ਨ ਕੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖੋ 4 pH ਵਾਲਾ ਜਿਹੜਾ ਸੋਲਿਊਸ਼ਨ ਹੈ, 4 pH ਮੀਨਸ ਐਸਿਡਿਕ ਹੈ ਇਹ ਸੋਲਿਊਸ਼ਨ। ਇਹਦੀ pH 7 ਤੋਂ ਘੱਟ ਹੈ ਤਾਂ ਇਹ ਐਸਿਡਿਕ ਹੋਊਗਾ। ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ 7 ਤੋਂ ਆਪਾਂ ਜਿੰਨਾ ਦੂਰ ਜਾਂਦੇ ਹਾਂ ਓਨਾ ਹੀ ਸਟਰੋਂਗ ਐਸਿਡ ਹੋਊਗਾ, ਓਨਾ ਹੀ ਸਟਰੋਂਗ ਬੇਸ ਹੋਊਗਾ। ਜਿਹੜਾ 4 ਹੈ ਉਹ 7 ਦੇ ਨਜ਼ਦੀਕ ਵਾਲੀ ਵੈਲਿਊਜ਼ 'ਚ ਆ ਜਾਂਦਾ, ਇਸ ਲਈ ਇਹ ਐਸਿਡ ਵੀਕ ਹੋਏਗਾ। ਪਰ ਜਿਹੜਾ 1 ਵਾਲਾ ਐਸਿਡ ਹੈ, ਦੇਖੋ ਬੀ ਸੋਲਿਊਸ਼ਨ ਹੈ ਆਪਣੇ ਕੋਲ 1, ਇਹ ਵੀ ਐਸਿਡ ਹੈ, ਇਹ 7 ਤੋਂ ਦੂਰ ਹੈ, ਦੈਟ ਇਜ਼ ਵਾਈ ਇਹ ਕੀ ਹੈ ਸਟਰੋਂਗ ਐਸਿਡ ਹੋਏਗਾ। ਐਵੇਂ 11 ਹੈ ਜਿਹੜਾ ਆਪਾਂ ਨੇ ਦੇਖਿਆ ਸੀ 7 ਤੋਂ ਵੱਡੀਆਂ ਵੈਲਿਊਜ਼ ਕੀ ਹੁੰਦੀਆਂ ਨੇ, ਬੇਸਿਕ। ਜਿੰਨੀ ਦੂਰ ਵੈਲਿਊ ਹੋਊਗੀ ਓਨਾ ਸਟਰੋਂਗ ਬੇਸ ਹੋਏਗਾ। 11 7 ਤੋਂ ਦੂਰ ਹੈ ਤਾਂ ਇਹ ਕੀ ਹੈ ਸਟਰੋਂਗ ਬੇਸ, ਔਰ 9 ਕੀ ਹੈ 7 ਦੇ ਨਜ਼ਦੀਕ ਹੈ ਤਾਂ ਇਹ ਵੀਕ ਬੇਸ ਹੈ। ਔਰ 7 ਕੀ ਹੈ, ਇਹ ਕੀ ਹੁੰਦਾ ਨਿਊਟਰਲ ਸਬਸਟੈਂਸਿਸ। ठीक है, 10th देखो इक्वल लेंथ ऑफ मैग्नीशियम रिबन्स आर टेकन इन टेस्ट ट्यूब A and B. Hydrochloric acid is added to test tube A while acetic acid is added to test tube
B. Amount of and concentration for both the acids are same. In which test tube will be fizzing occur more vigorously and why? Test tube A will effervescence more vigorously. This is because hydrochloric acid is stronger than acetic acid. Therefore, the reaction of hydrochloric acid with magnesium will be brisk and hydrogen gas will be produced. ਇਹ ਕਹਿੰਦੇ ਇਹਨਾਂ ਨੇ ਮੈਗਨੀਸ਼ੀਅਮ ਰਿਬਨ ਲਿੱਤਾ, 2 ਟੈਸਟ ਟਿਊਬਸ ਦੇ ਵਿੱਚ ਪਾਤਾ, ਫਿਰ HCl ਪਾਇਆ ਟੈਸਟ ਟਿਊਬ A ਦੇ ਵਿੱਚ ਔਰ ਐਸੀਟਿਕ ਐਸਿਡ ਪਾਇਆ ਟੈਸਟ ਟਿਊਬ B 'ਚ। ਆਪਾਂ ਨੂੰ ਪਤਾ ਜਿਹੜਾ ਐਸੀਟਿਕ ਐਸਿਡ ਹੈ ਤਾਂ ਐਡੀਬਲ ਐਸਿਡ ਹੈ, ਇਹਨੂੰ ਆਪਣੇ ਖਾਣੇ ਦੇ ਵਿੱਚ ਯੂਜ਼ ਹੁੰਦਾ, ਬਹੁਤ ਹੀ ਵੀਕ ਐਸਿਡ ਹੈ ਤਾਂ ਇਸ ਦੇ ਲਈ ਇਹਦੀ ਰਿਐਕਸ਼ਨ ਇੰਨੀ ਜਲਦੀ ਨਹੀਂ ਹੁੰਦੀ। H ਪੋਜ਼ੀਟਿਵ ਆਇਨਸ ਇੰਨੀ ਨਹੀਂ ਲਿਬਰੇਟ ਕਰਦਾ, ਜਿਹਦੇ ਕਰਕੇ ਇਹਦੀ ਰਿਐਕਸ਼ਨ ਸਲੋਲੀ ਹੁੰਦੀ ਹੈ। ਪਰ ਜਿਹੜੀ HCl ਹੈ ਤਾਂ ਸਟਰੋਂਗੈਸਟ ਐਸਿਡ ਹੈ, ਜਿਹਦੇ ਕਰਕੇ ਇਹਦੀ ਰਿਐਕਸ਼ਨ ਫਟਾਫਟ ਹੋ ਜਾਏਗੀ ਔਰ ਇਹ ਹਾਈਡਰੋਜਨ ਗੈਸ ਬਣਾਏਗਾ। Fresh milk has a pH of 6. How do you think the pH will change as it turns to curd? Explain your answer. ਮਿਲਕ ਦੀ pH ਆਪਾਂ ਨੂੰ 6 ਦਿੱਤੀ ਹੋਈ ਹੈ। ਜਦੋਂ ਉਹ ਕਰਡ ਬਣੇਗਾ, ਆਪਾਂ ਨੂੰ ਪਤਾ ਹੈ ਕਰਡ ਦੇ ਵਿੱਚ ਐਸਿਡ ਹੁੰਦਾ, ਮਤਲਬ ਇਸ ਦੀ pH ਘਟੇਗੀ। ਕਰਡ ਦੇ ਵਿੱਚ ਕਿਹੜਾ ਐਸਿਡ ਹੁੰਦਾ? ਲੈਕਟਿਕ ਐਸਿਡ। 12th question. A milkman adds a very small amount of baking soda to fresh milk. Why does he shift the pH of fresh milk from 6 to slightly alkaline? ਜਿਹੜਾ ਇੱਕ ਦੁੱਧ ਵਾਲਾ ਮਿਲਕਮੈਨ ਆ ਉਹ ਬੇਕਿੰਗ ਸੋਡਾ ਐਡ ਕਰਦਾ ਦੁੱਧ ਦੇ ਵਿੱਚ। ਫਰੈਸ਼ ਮਿਲਕ ਦੀ pH 6 ਹੈ ਤਾਂ ਇਹਨੂੰ ਬੇਕਿੰਗ ਸੋਡਾ ਕੀ ਇੱਕ ਬੇਸ ਹੁੰਦਾ ਤਾਂ ਇਹਨੂੰ ਬੇਸਿਕ ਕਿਉਂ ਕਰਦਾ ਇਹਦੀ pH ਨੂੰ। ਫਰੈਸ਼ milk will become alkaline and will not turn sour quickly. It is because the presence of alkali will prevent the milk from becoming acidic quickly. ਜਿਹੜਾ ਇਹ ਮਿਲਕ ਹੈ ਇਹਦੀ ਕੀ ਹੁੰਦੀ ਹੈ, ਥੋੜੀ ਐਸਿਡਿਕ ਨੇਚਰ ਹੁੰਦੀ ਹੈ। ਜਦ ਨੈਚੁਰਲ ਮਿਲਕ ਦੀ ਆਪਾਂ ਦੇਖੀਏ ਫਰੈਸ਼ ਮਿਲਕ ਦੀ ਤਾਂ ਇਹ ਜਲਦੀ ਖੱਟਾ ਹੋ ਸਕਦਾ ਹੋਰ ਐਸਿਡਿਕ ਬਣ ਸਕਦਾ, ਤਾਂ ਇਹਨੂੰ ਜਲਦੀ ਖੱਟਾ ਹੋਣ ਤੋਂ ਰੋਕਣ ਲਈ ਕੀ ਹੈ ਇਸ ਦੇ ਵਿੱਚ ਬੇਕਿੰਗ ਸੋਡਾ ਐਡ ਕੀਤਾ ਜਾਂਦਾ। B part ਹੈ why does this milk take a long time to set as curd? ਹੁਣ ਜਦੋਂ ਆਪਾਂ ਨੇ ਇੱਕ ਉਹਨੂੰ ਥੋੜਾ ਬੇਸ ਐਡ ਕਰਤਾ ਉਸ ਦੇ ਵਿੱਚ ਬੇਕਿੰਗ ਸੋਡਾ, ਤਾਂ ਜਦੋਂ ਇਹਨੂੰ ਦੁਬਾਰਾ ਆਪਾਂ ਕਰਡ ਦੇ ਬਣਾਉਣਾ ਦਹੀਂ ਬਣਾਉਣਾ pH ਘਟਾਉਣੀ ਹੈ, ਪਹਿਲਾਂ ਆਪਾਂ pH ਵਧਾਈ ਫਿਰ ਹੁਣ ਘਟਾਉਣੀ ਹੈ, ਦੈਟ ਇਜ਼ ਵਾਈ ਥੋੜਾ ਇਸ ਦੇ ਵਿੱਚ ਟਾਈਮ ਲੱਗ ਜਾਂਦਾ। Plaster of Paris should be stored in a moisture proof container. Explain why. ਜਿਹੜਾ ਪਲਾਸਟਰ ਆਫ ਪੈਰਿਸ ਹੈ ਮੋਇਸਚਰ ਪ੍ਰੂਫ ਮੀਨਸ ਜਿਸ ਦੇ ਵਿੱਚ ਹਲਕੇ ਵੀ ਪਾਣੀ ਦੇ ਡ੍ਰੌਪਲੇਟਸ ਨਾ ਹੋਣ। ਆਪਾਂ ਨੂੰ ਪਤਾ ਪਲਾਸਟਰ ਆਫ ਪੈਰਿਸ ਹੈ ਜਿਹੜਾ ਉਹ ਵਾਟਰ ਦੇ ਨਾਲ ਯਾਨੀ ਕਿ ਜਾਂ ਮੋਇਸਚਰ ਦੇ ਨਾਲ ਪ੍ਰੈਜ਼ੈਂਸ ਦੇ ਵਿੱਚ ਕੀ ਹੈ ਜਿਪਸਮ ਬਣ ਜਾਂਦਾ, ਉਸਨੂੰ ਜਿਪਸਮ 'ਚ ਕਨਵਰਟ ਹੋਣ ਤੋਂ ਰੋਕਣ ਲਈ, ਜਿਪਸਮ ਬਣਨ ਤੋਂ ਰੋਕਣ ਲਈ ਆਪਾਂ ਕੀ ਕਰਦੇ ਹਾਂ ਮੋਇਸਚਰ ਫ੍ਰੀ ਕੰਟੇਨਰ ਦੇ ਵਿੱਚ ਰੱਖਦੇ ਹਾਂ। ਵਾਟ ਇਜ਼ ਦ ਨਿਊਟਰਲਾਈਜੇਸ਼ਨ ਰਿਐਕਸ਼ਨ? ਗਿਵ ਐਗਜ਼ਾਮਪਲਸ। ਨਿਊਟਰਲਾਈਜੇਸ਼ਨ ਰਿਐਕਸ਼ਨ ਕੀ ਹੁੰਦੀ ਹੈ? ਜਦੋਂ ਕੋਈ ਐਸਿਡ ਬੇਸ ਦੇ ਨਾਲ ਰਿਐਕਟ ਕਰਕੇ ਕੀ ਬਣਾਵੇ ਸਾਲਟ ਐਂਡ ਵਾਟਰ, ਐਸਿਡ ਔਰ ਬੇਸ ਇੱਕ ਦੂਜੇ ਦਾ ਇਫੈਕਟ ਖਤਮ ਕਰ ਦੇਣ, ਇਸ ਰਿਐਕਸ਼ਨ ਨੂੰ ਕੀ ਕਿਹਾ ਜਾਂਦਾ? ਨਿਊਟਰਲਾਈਜੇਸ਼ਨ ਰਿਐਕਸ਼ਨ। ਆਪਾਂ ਇਸ ਇੱਕ ਰਿਐਕਸ਼ਨ ਕਰਕੇ ਦਿਖਾਵਾਂਗੇ, ਜਿਵੇਂ ਆਪਾਂ ਨੇ ਲੈ ਲਿਆ ਸੋਡੀਅਮ ਹਾਈਡਰੋਕਸਾਈਡ ਬੇਸ HCl ਹਾਈਡਰੋਕਲੋਰਿਕ ਐਸਿਡ ਨੂੰ ਆਪਾਂ ਰਿਐਕਟ ਕਰਵਾਇਆ ਤਾਂ ਕੀ ਬਣਿਆ ਸੋਡੀਅਮ ਕਲੋਰਾਈਡ, ਕਾਮਨ ਸਾਲਟ ਹੁੰਦਾ ਜਿਹੜਾ ਆਪਣਾ ਪਲੱਸ ਵਾਟਰ। ਗਿਵ 2 ਇੰਪੋਰਟੈਂਟ ਯੂਜ਼ਸ ਆਫ ਵਾਸ਼ਿੰਗ ਸੋਡਾ ਐਂਡ ਬੇਕਿੰਗ ਸੋਡਾ। ਵਾਸ਼ਿੰਗ ਸੋਡਾ ਦੇ ਕੀ ਯੂਜ਼ਸ ਨੇ? ਇਹਦਾ ਗਲਾਸ ਸੋਪ ਐਂਡ ਪੇਪਰ ਇੰਡਸਟਰੀਜ਼ 'ਚ ਕੰਮ ਆਉਂਦਾ ਐਂਡ ਰਿਮੂਵ ਦ ਪਰਮਾਨੈਂਟ ਹਾਰਡਨੈਸ ਆਫ ਵਾਟਰ। ਠੀਕ ਹੈ। Uses of baking soda. It is used in soda acid fire extinguishers. It is a component of antacids which provides relief by neutralizing the excess acid of stomach. Baking soda ਜਿਹੜਾ ਹੁੰਦਾ ਇਹ ਐਜ਼ ਐਨ ਐਂਟਾਸਿਡ ਵੀ ਕੰਮ ਆਉਂਦਾ। ਠੀਕ ਹੈ। ਇਸ ਦੇ ਨਾਲ ਤੁਹਾਡਾ ਚੈਪਟਰ 2 ਐਸਿਡਸ ਬੇਸਿਸ ਐਂਡ ਸਾਲਟਸ ਕੰਪਲੀਟ ਹੋ ਗਿਆ। ਆਈ ਹੋਪ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਏਗਾ। ਥੈਂਕ ਯੂ।